ਜਿਉਂਦੇ ਖੁਦਾ ਦਾ ਧੰਨਵਾਦ ਮਹਿਮਾ ਕਰੀਏ ਜਿਸ ਨੇ ਸਾਨੂੰ ਦਿਨ ਬਖਸ਼ਿਆ ਹੈ, ਸਮਾਂ ਬਖਸ਼ਿਆ ਹੈ ਕਿ ਅਸੀਂ ਇਸ ਮਹਾਨ ਕੁਰਬਾਨੀ ਵਿੱਚ ਹਿੱਸਾ ਲੈ ਰਹੇ ਹਾਂ। ਆਪਣੀ ਦਿਲ ਦੀ ਅਰਜ਼ ਮਿੰਨਤ ਜਿਉਂਦੇ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ। ਨੇਕ ਦਿਲ ਦੇ ਨਾਲ, ਸੰਪੂਰਨ ਸ਼ਰਧਾ ਦੇ ਨਾਲ ਇਸ ਮਹਾਨ ਕੁਰਬਾਨੀ ਨੂੰ ਸਮਰਪਿਤ ਕਰੀਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਜਿਉਂਦੇ ਖੁਦਾ ਦੇ ਵਿੱਚ ਮੇਰੇ ਪਿਆਰੇ ਭਰਾਓ ਭੈਣਾਂ ਤੇ ਬੱਚਿਓ, ਪਰਮੇਸ਼ਵਰ ਸਾਡਾ ਨਿਗਾਹਬਾਨ ਹੈ, ਸਾਨੂੰ ਪਿਆਰ ਕਰਦਾ ਹੈ, ਰਹਿਮ ਦੇ ਨਾਲ ਭਰਪੂਰ ਕਰਦਾ ਹੈ ਤੇ ਖਾਸ ਤੌਰ ਤੇ ਹਰ ਪਲ ਸਾਨੂੰ ਇਹ ਅਹਿਸਾਸ ਦਿਵਾਉਂਦਾ ਹੈ ਕਿ ਉਹ ਕਦੇ ਵੀ ਸਾਨੂੰ ਅਨਾਥ ਜਾਂ ਇਕੱਲਿਆਂ ਨਹੀਂ ਛੱਡੇਗਾ। ਉਸ ਦੀ ਰਹਿਮਤ ਹਰ ਦਿਨ ਸਾਡੇ ਉੱਤੇ ਚਮਕਦੀ ਹੈ। ਖੁਦਾ ਨੇ ਇੱਕ ਅਜਿਹਾ ਫਜ਼ਲ ਸਾਨੂੰ ਬਖਸ਼ਿਆ ਹੈ ਜਿਸ ਦੇ ਨਾਲ ਅਸੀਂ ਨਾ ਸਿਰਫ ਆਪਣੇ ਦੁਨਿਆਵੀ ਜੀਵਨ ਵਿੱਚ ਅੱਗੇ ਵਧਦੇ ਹਾਂ, ਸਗੋਂ ਰੂਹਾਨੀਅਤ ਵਿੱਚ ਵੀ ਅਸੀਂ ਆਪਣੀ ਜਿੰਦੇ ਖੁਦਾ ਦੇ ਨਾਲ ਸੁਰਗਾਂ ਦੇ ਵੱਲ ਅੱਗੇ ਵਧ ਰਹੇ ਹਾਂ। ਰਾਹਾਂ ਵਿੱਚ ਬਹੁਤ ਮੁਸ਼ਕਲਾਂ ਵੀ ਨੇ, ਪਰੇਸ਼ਾਨੀਆਂ ਵੀ ਨੇ, ਅਜ਼ਮਾਇਸ਼ਾਂ ਨੇ, ਸ਼ੈਤਾਨ ਹਮਲੇ ਕਰ ਰਿਹਾ ਹੈ, ਪਰ ਜਦ ਤੱਕ ਅਸੀਂ ਆਪਣੇ ਵਿਸ਼ਵਾਸ ਵਿੱਚ ਅਟਲ ਰਹਿੰਦੇ ਹਾਂ ਤਦ ਤੱਕ ਸ਼ੈਤਾਨ ਕਦੇ ਵੀ ਸਾਡਾ ਨੁਕਸਾਨ ਨਹੀਂ ਕਰ ਸਕਦਾ। ਤੇ ਜਿੰਦਾ ਖੁਦਾ ਸਾਡੇ ਹਰ ਦਿਨ ਦੇ ਸਫ਼ਰ ਦੇ ਲਈ, ਇਸ ਰੂਹਾਨੀ ਸਫ਼ਰ ਦੇ ਲਈ ਸਾਨੂੰ ਰੂਹਾਨੀ ਭੋਜਨ ਦਿੰਦਾ ਹੈ ਅਤੇ ਰੂਹਾਨੀ ਭੋਜਨ ਹੈ ਉਸ ਦਾ ਆਪਣਾ ਬਦਨ ਅਤੇ ਲਹੂ। ਤੇ ਅੱਜ ਅਸੀਂ ਉਸ ਮਹਾਨ ਕੁਰਬਾਨੀ ਵਿੱਚ, ਉਸ ਮਹਾਭੋਜ ਦੇ ਵਿੱਚ ਹਿੱਸਾ ਲੈ ਰਹੇ ਹਾਂ। ਤੇ ਆਓ ਅਸੀਂ ਆਪਣੇ ਆਪ ਨੂੰ ਇਸ ਮਹਾਨ ਕੁਰਬਾਨੀ ਦੇ ਲਈ ਯੋਗ ਬਣਾਈਏ, ਆਪਣੀ ਗਲਤੀਆਂ ਗੁਨਾਹਾਂ ਨੂੰ ਚੇਤੇ ਕਰੀਏ ਤੇ ਸੱਚੇ ਦਿਲੋਂ ਪਛਤਾਉਂਦੇ ਹੋਏ ਸਾਰੇ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਜਿਸ ਨੇ ਆਪਣੇ ਲੋਕਾਂ ਨੂੰ ਆਪਣੀ ਮੁਕਤੀ ਦੇ ਵਿੱਚ ਹਿੱਸੇਦਾਰ ਬਣਾਇਆ, ਬਖਸ਼ ਦੇ ਕਿ ਅਸੀਂ ਪ੍ਰਭੂ ਯਿਸੂ ਦੇ ਜੀ ਉਠਣ ਵਾਸਤੇ ਸਦਾ ਦੇ ਲਈ ਧੰਨਵਾਦ ਦਿੰਦੇ ਰਹੀਏ। ਉਹੀ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਹਦਾ 18 ਬਾਬ 1 ਤੋਂ 8 ਆਇਤ ਤੱਕ। ਇਸ ਦੇ ਪਿੱਛੋਂ ਪੌਲੁਸ ਅਥੇਨੇ ਤੋਂ ਵਿਦਾ ਹੋ ਕੇ ਕੁਰਿੰਥ ਵਿੱਚ ਆਇਆ। ਉੱਥੇ ਉਹ ਇੱਕ ਅਕੁਲਾ ਨਾਂ ਦੀ ਯਹੂਦੀ ਨੂੰ ਮਿਲਿਆ ਜਿਸ ਦੀ ਜਨਮ ਭੂਮੀ ਪੌਂਤੁਸ ਸੀ। ਉਹ ਆਪਣੀ ਪਤਨੀ ਪ੍ਰਿਸਕਿਲਾ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਇਤਾਲੀਆ ਤੋਂ ਆਇਆ ਸੀ, ਕਿਉਂਕਿ ਸਮਰਾਟ ਕਲੌਦੀਅਸ ਨੇ ਸਭ ਕੁਝ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਹਨਾਂ ਕੋਲ ਆਇਆ ਕਿਉਂਕਿ ਉਹਨਾਂ ਦਾ ਪੇਸ਼ਾ ਉਸ ਨਾਲ ਮਿਲਦਾ ਸੀ। ਉਹ ਉਹਨਾਂ ਦੇ ਨਾਲ ਰਿਹਾ ਅਤੇ ਕੰਮ ਕਰਨ ਲੱਗਾ। ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਉਹ ਹਰ ਸਬਤ ਵਾਲੇ ਦਿਨ ਪ੍ਰਾਰਥਨਾ ਘਰ ਵਿੱਚ ਯਹੂਦੀਆਂ ਤੇ ਯੂਨਾਨੀਆਂ ਨਾਲ ਬਹਿਸ ਮੁਬੈਸਾ ਕਰਦਾ ਅਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ। ਫਿਰ ਜਦੋਂ ਸਿਲਾਸ ਅਤੇ ਤਿਮੋਥਿਉਸ ਮਕਦੂਨੀਆ ਤੋਂ ਆ ਗਏ ਤਾਂ ਪੌਲੁਸ ਆਪਣਾ ਸਾਰਾ ਸਮਾਂ ਵਚਨ ਦੇ ਪ੍ਰਚਾਰ ਵਿੱਚ ਲਗਾਉਣ ਲੱਗਾ ਅਤੇ ਯਹੂਦੀਆਂ ਦੇ ਸਾਹਮਣੇ ਗਵਾਹੀ ਦੇਣ ਲੱਗਾ ਕਿ ਯਿਸੂ ਹੀ ਮਸੀਹ ਹੈ। ਪਰ ਜਦੋਂ
ਉਹ ਲੋਕੀ ਉਸ ਦਾ ਵਿਰੋਧ ਕਰਨ ਲੱਗੇ ਅਤੇ ਨਿੰਦਾ ਕਰਨ ਲੱਗੇ ਤਾਂ ਉਸਨੇ ਆਪਣੇ ਕੱਪੜੇ ਝਾੜੇ ਅਤੇ ਕਿਹਾ, ਹੁਣ ਜੇਕਰ ਤੁਸੀਂ ਨਾਸ਼ ਹੋਵੋ ਤਾਂ ਇਸ ਦਾ ਦੋਸ਼ ਤੁਹਾਡੇ ਸਿਰ। ਮੈਂ ਆਪਣਾ ਕਰਤੱਵ ਪੂਰਾ ਕੀਤਾ। ਮੈਂ ਹੁਣ ਦੂਜੀਆਂ ਜਾਤੀਆਂ ਕੋਲ ਜਾਵਾਂਗਾ। ਉੱਥੋਂ ਉਹ ਪਰਮੇਸ਼ਵਰ ਦੇ ਇੱਕ ਭਗਤ, ਜਿਸ ਦਾ ਨਾਂ ਤਿਤੁਸ ਯੂਸਤੁਸ ਸੀ, ਦੇ ਘਰ ਗਿਆ। ਉਸ ਦਾ ਘਰ ਪ੍ਰਾਰਥਨਾ ਦਾ ਘਰ ਲਾਗੇ ਸੀ। ਪ੍ਰਾਰਥਨਾ ਘਰ ਦੇ ਅਧਿਕਾਰੀ ਕ੍ਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਸਮੇਤ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਬਹੁਤ ਸਾਰੇ ਕੁਰਿੰਥ ਦੇ ਰਹਿਣ ਵਾਲੇ ਸੁਣਿਆ ਅਤੇ ਵਿਸ਼ਵਾਸ ਕਰਕੇ ਬਪਤਿਸਮਾ ਲਿਆ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਥੋੜਾ ਚਿਰ ਹੋਰ ਹੈ ਅਤੇ ਤੁਸੀਂ ਮੈਨੂੰ ਨਹੀਂ ਵੇਖੋਗੇ, ਅਤੇ ਫਿਰ ਥੋੜੇ ਚਿਰ ਬਾਅਦ ਤੁਸੀਂ ਮੈਨੂੰ ਵੇਖੋਗੇ। ਉਸ ਦੇ ਕੁਝ ਚੇਲਿਆਂ ਨੇ ਆਪੋ ਵਿੱਚ ਕਿਹਾ, ਇਹ ਸਾਨੂੰ ਕੀ ਕਹਿੰਦਾ ਹੈ? ਥੋੜਾ ਚਿਰ ਹੋਰ ਹੈ ਕਿ ਤੁਸੀਂ ਮੈਨੂੰ ਨਹੀਂ ਵੇਖੋਗੇ, ਅਤੇ ਫਿਰ ਥੋੜੇ ਹੀ ਚਿਰ ਬਾਅਦ ਤੁਸੀਂ ਮੈਨੂੰ ਵੇਖੋਗੇ, ਅਤੇ ਕਿਉਂਕਿ ਮੈਂ ਬਾਪ ਕੋਲ ਜਾ ਰਿਹਾ ਹਾਂ। ਉਹਨਾਂ ਨੇ ਕਿਹਾ, ਇਹ ਥੋੜਾ ਚਿਰ ਤੋਂ ਉਸ ਦਾ ਕੀ ਭਾਵ ਹੈ? ਇਹ ਸਾਡੀ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਕੀ ਕਹਿ ਰਿਹਾ ਹੈ। ਯਿਸੂ ਇਹ ਜਾਣ ਗਿਆ ਕਿ ਉਸ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ, ਇਸ ਲਈ ਉਸਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਆਪੋ ਵਿੱਚ ਇਹੀ ਪੁੱਛ ਰਹੇ ਹੋ ਕਿ ਮੇਰੇ ਇਹ ਕਹਿਣ ਦਾ ਕੀ ਭਾਵ ਹੈ ਕਿ ਥੋੜਾ ਹੀ ਚਿਰ ਹੈ ਅਤੇ ਤੁਸੀਂ ਮੈਨੂੰ ਨਹੀਂ ਵੇਖੋਗੇ, ਅਤੇ ਫਿਰ ਥੋੜੇ ਚਿਰ ਬਾਅਦ ਤੁਸੀਂ ਮੈਨੂੰ ਵੇਖੋਗੇ? ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਰੋਵੋਗੇ ਅਤੇ ਵੈਣ ਪਾਓਗੇ, ਪਰ ਸੰਸਾਰ ਆਨੰਦ ਮਨਾਏਗਾ। ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਖੁਸ਼ੀ ਦੇ ਵਿੱਚ ਬਦਲ ਜਾਵੇਗੀ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਭੈਣਾਂ ਦੇ ਬੱਚਿਓ, ਅੱਜ ਅਸੀਂ ਪਹਿਲੇ ਪਾਠ ਦੇ ਵਿੱਚ ਸੁਣਿਆ ਕਿ ਸੰਤ ਪੌਲੁਸ ਬਿਨਾਂ ਕਿਸੇ ਡਰ ਦੇ ਤੇ ਬਿਨਾਂ ਕਿਸੇ ਝਿਜਕ ਦੇ ਪ੍ਰਭੂ ਯਿਸੂ ਦੇ ਪੁਨਰੁੱਥਾਨ ਦੇ ਸੰਦੇਸ਼ ਨੂੰ ਯਹੂਦੀਆਂ ਕੋਲ ਲੈ ਕੇ ਜਾਂਦਾ ਹੈ। ਉਹਨਾਂ ਨੂੰ ਦੱਸਦਾ ਹੈ ਕਿ ਜਿਸ ਪ੍ਰਭੂ ਦੇ ਅਸੀਂ ਪੈਰੋਕਾਰ ਹਾਂ, ਉਹ ਪ੍ਰਭੂ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਉਸ ਦੇ ਸੰਦੇਸ਼ ਨੂੰ ਹਰੇਕ ਇਨਸਾਨ ਤੇ ਸਾਰੀਆਂ ਕੌਮਾਂ ਤੱਕ ਪਹੁੰਚਾਇਆ ਜਾਣਾ ਬਹੁਤ ਜ਼ਰੂਰੀ ਹੈ। ਤੇ ਯਹੂਦੀਆਂ ਨੇ ਉਸ ਦੇ ਪ੍ਰਚਾਰ ਨੂੰ ਠੱਲ ਪਾਉਣ ਦੇ ਲਈ ਵੱਖ-ਵੱਖ ਤਰੀਕਿਆਂ ਦੇ ਨਾਲ ਉਹਦੇ ਉੱਤੇ ਤਸ਼ੱਦਦ ਕਰਨੇ ਸ਼ੁਰੂ ਕੀਤੇ, ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ, ਇੱਥੋਂ ਤੱਕ ਉਸ ਨੂੰ ਲਾਲਚ ਦੇਣਾ ਵੀ ਸ਼ੁਰੂ ਕਰ ਦਿੱਤਾ ਕਿ ਕਿਸੇ ਤਰ੍ਹਾਂ ਪੌਲੁਸ ਆਪਣਾ ਇਹ ਪ੍ਰਚਾਰ ਦਾ ਕੰਮ ਖਤਮ ਕਰਕੇ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਜਾਵੇ। ਪਰ ਸੰਤ ਪੌਲੁਸ ਜਿਸ ਨੇ ਪ੍ਰਭੂ ਦੇ ਦਰਸ਼ਨ ਕੀਤੇ ਸਨ, ਉਸ ਦਾ ਰੂਹਾਨੀ ਨੂਰ ਵੇਖਿਆ ਸੀ, ਉਸ ਨੇ ਆਪਣੇ ਇਸੇ ਜੀਵਨ ਨੂੰ ਆਪਣਾ ਅਸਲ ਜੀਵਨ ਮੰਨਿਆ ਤੇ ਉਸ ਨੇ ਐਲਾਨ ਕੀਤਾ ਬਿਨਾਂ ਕਿਸੇ ਡਰ ਦੇ ਕਿ ਮੈਂ ਪ੍ਰਭੂ ਯਿਸੂ ਦਾ ਪੈਰੋਕਾਰ ਹਾਂ ਤੇ ਉਸ ਤੋਂ ਕਦੇ ਵੀ ਮੈਂ ਆਪਣਾ ਵਿਸ਼ਵਾਸ ਪਿੱਛੇ ਨਹੀਂ ਕਰਾਂਗਾ। ਤੇ ਅੱਜ ਪ੍ਰਭੂ ਸਾਨੂੰ ਅੰਜੀਲ ਦੇ ਵਿੱਚ ਦੱਸਦੇ ਹਨ ਕਿ ਦੁਨੀਆ ਆਨੰਦ ਮਨਾਏਗੀ ਤੇ ਤੁਸੀਂ ਉਦਾਸ ਹੋਵੋਗੇ, ਪਰ ਪ੍ਰਭੂ ਨਾਲ ਹੀ ਕਹਿੰਦਾ ਹੈ ਕਿ ਇਹੀ ਜੋ ਤੁਹਾਡੀ ਉਦਾਸੀ ਹੈ ਉਹ ਖੁਸ਼ੀ ਦੇ ਵਿੱਚ ਬਦਲ ਜਾਵੇਗੀ। ਜ਼ਿਆਦਾਤਰ ਅਸੀਂ ਆਪਣੇ ਸਮਿਆਂ ਨੂੰ, ਆਪਣੀ ਸੋਚ ਨੂੰ, ਆਪਣੀ ਫੀਲਿੰਗਸ ਨੂੰ ਹਮੇਸ਼ਾ ਦੇਖਦੇ ਹਾਂ ਦੋ ਤਰੀਕਿਆਂ ਨਾਲ ਕਿ ਜਾਂ ਤਾਂ ਅਸੀਂ ਖੁਸ਼ ਹਾਂ ਜਾਂ ਅਸੀਂ ਉਦਾਸ ਹਾਂ। ਜੋ ਖੁਸ਼ੀ ਦਾ ਮੌਕਾ ਸਾਨੂੰ ਖੁਸ਼ੀ ਬਖਸ਼ਦਾ ਹੈ, ਜੋ ਉਦਾਸੀ ਦਾ ਕਾਰਨ ਹੈ ਉਹ ਸਾਨੂੰ ਉਦਾਸ ਕਰਦਾ ਹੈ। ਪਰ ਪ੍ਰਭੂ ਕਹਿੰਦਾ ਹੈ ਕਿ ਸੰਸਾਰ ਆਨੰਦ ਦੇ ਕਾਰਨਾਂ ਕਰਕੇ ਆਨੰਦ ਮਨਾਏਗੀ, ਪਰ ਤੁਸੀਂ ਜਦੋਂ ਦੁਨੀਆ ਤੁਹਾਨੂੰ ਉਦਾਸ ਕਰੇਗੀ, ਉਸ ਉਦਾਸੀ ਤੋਂ ਤੁਸੀਂ ਖੁਸ਼ੀ ਹਾਸਲ ਕਰੋਗੇ। ਪਰਮੇਸ਼ਵਰ ਅਸਾਂ ਸਾਰਿਆਂ ਨੂੰ, ਹਰ ਕਿਸੇ ਨੂੰ ਇਹ ਦਿਲਾਸਾ ਦੇ ਰਿਹਾ ਹੈ, ਹੌਸਲਾ ਦੇ ਰਿਹਾ ਹੈ, ਵਾਅਦਾ ਦੇ ਰਿਹਾ ਹੈ ਕਿ ਜਦੋਂ ਤੁਸੀਂ ਮਨੁੱਖੀ ਅਤੇ ਸੰਸਾਰਿਕ ਤੌਰ ਤੇ ਦੁਖੀ ਹੁੰਦੇ ਹੋ, ਢਹਿ ਜਾਂਦੇ ਹੋ, ਉਸ ਸਮੇਂ ਹਿੰਮਤ ਨਾ ਹਾਰਨਾ, ਸਗੋਂ ਵਿਸ਼ਵਾਸ ਨਾਲ ਉੱਠਣਾ। ਯਾਦ ਕਰੋ ਸਮੇਂ ਨੂੰ ਜਦੋਂ ਪ੍ਰਭੂ ਯਿਸੂ ਮਸੀਹ ਕਲਵਰੀ ਪਹਾੜ ਤੇ ਜਾ ਰਹੇ ਸਨ, ਉਸ ਸਫ਼ਰ ਨੂੰ ਤੈਅ ਕਰ ਰਹੇ ਸਨ, ਸਾਡੇ ਮੁਕਤੀ ਦੇ ਉਸ ਸਫ਼ਰ ਨੂੰ ਮੁਕੰਮਲ ਕਰ ਰਹੇ ਸਨ। 3 ਵਾਰ ਉਹ ਆਪਣੇ ਸਲੀਬੀ ਰਸਤੇ ਤੇ ਗਿਰੇ, ਪਰ ਪ੍ਰਭੂ ਨੇ ਉਸ ਗਿਰਾਵਟ ਨੂੰ ਅੰਤ ਨਹੀਂ ਸਮਝਿਆ, ਨਾ ਅੰਤ ਹੋਣ ਦਿੱਤਾ। ਉਸ ਗਿਰਾਵਟ ਤੋਂ ਉਹਨਾਂ ਨੇ ਫਿਰ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਜੋ ਕਿ ਉਸ ਮੁੱਖ ਮੰਜ਼ਿਲ ਦੇ ਵੱਲ ਪ੍ਰੇਰਿਤ ਸੀ। ਸਾਡਾ ਜੀਵਨ, ਸਾਡਾ ਮਕਸਦ ਹੈ ਕਿ ਅਸੀਂ ਪ੍ਰਭੂ ਦੇ ਪ੍ਰਤਾਪ ਨੂੰ, ਉਸ ਦੀ ਮੁਕਤੀ ਨੂੰ, ਉਸ ਦੀ ਸ਼ਾਂਤੀ ਨੂੰ ਹਾਸਲ ਕਰੀਏ। ਬਹੁਤ ਵਾਰ ਅਜਿਹਾ ਹੋਏਗਾ ਕਿ ਜਦੋਂ ਅਸੀਂ ਪ੍ਰਭੂ ਦੇ ਹੁਕਮਾਂ ਉੱਤੇ ਚੱਲ ਰਹੇ ਹਾਂ ਤੇ ਸਾਡੇ ਆਪਣੇ ਹੀ ਸਾਨੂੰ ਠੋਕਰਾਂ ਮਾਰਨਗੇ। ਉਹ ਸਾਨੂੰ ਕਹਿਣਗੇ ਕਿ ਤੁਸੀਂ ਬੇਵਕੂਫ ਹੋ, ਤੁਸੀਂ ਦੁਨੀਆਦਾਰੀ ਦੇ ਅਨੁਸਾਰ ਨਹੀਂ ਚੱਲ ਰਹੇ, ਤੁਹਾਡੀ ਜੋ ਸੋਚ ਹੈ ਕਦੇ ਵੀ ਤੁਹਾਨੂੰ ਅੱਗੇ ਨਹੀਂ ਲੈ ਕੇ ਜਾਵੇਗੀ। ਪਰ ਕਦੇ ਘਬਰਾਣਾ ਨਹੀਂ, ਉਹ ਤੁਹਾਨੂੰ ਡੇਗ ਰਹੇ ਨੇ। ਸਿਪਾਹੀਆਂ ਨੇ ਪ੍ਰਭੂ ਨੂੰ ਡੇਗਿਆ, ਲੋਕਾਂ ਨੇ ਪ੍ਰਭੂ ਨੂੰ ਡੇਗਿਆ, ਪਰ ਜੋ ਉੱਠਣਾ ਹੈ ਉਹ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਉਹਨਾਂ ਦੀ ਗਿਰਾਵਟ ਨੂੰ ਸ਼ਕਤੀਸ਼ਾਲੀ ਮੰਨ ਲਿਆ, ਫਿਰ ਤੁਸੀਂ ਆਪਣਾ ਸਫ਼ਰ ਕਦੇ ਵੀ ਮੁਕੰਮਲ ਨਹੀਂ ਕਰ ਪਾਓਗੇ, ਕਦੇ ਵੀ ਸੰਪੂਰਨ ਨਹੀਂ ਹੋਵੇਗਾ। ਉਹ ਗਿਰਾਵਟ ਤੁਹਾਡਾ ਅੰਤ ਹੋ ਜਾਵੇਗੀ।
ਪਰ ਜਦੋਂ ਲੋਕੀ ਤੇ ਦੁਨੀਆ ਤੁਹਾਨੂੰ ਠੋਕਰਾਂ ਮਾਰਨ, ਨੀਚੇ ਕਰੇ, ਗਿਰਾਵਟ ਵਿੱਚ ਲੈ ਕੇ ਆਵੇ, ਉਸ ਸਮੇਂ ਇੱਕ ਨਵੀਂ ਤਾਕਤ ਦੇ ਨਾਲ ਫਿਰ ਖੜੇ ਹੋ। ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਸ ਪੁਨਰੁੱਥਾਨ ਦੀ ਸ਼ਕਤੀ ਦੇ ਨਾਲ ਇੱਕ ਵਾਰ ਫਿਰ ਖੜੇ ਹੋ ਕੇ ਆਪਣਾ ਸਫ਼ਰ ਸ਼ੁਰੂ ਕਰੋ। ਇਸ ਸਫ਼ਰ ਦੇ ਵਿੱਚ ਯਾਦ ਰੱਖਣਾ, ਪ੍ਰਭੂ ਤੁਹਾਡਾ ਸਹਾਰਾ ਹੋਵੇਗਾ। ਦੁਨਿਆਵੀ ਤੌਰ ਤੇ ਹਰੇਕ ਸੋਚ, ਹਰੇਕ ਫਾਰਮੂਲੇ ਫੇਲ ਹੋ ਸਕਦੇ ਨੇ, ਪਰ ਪ੍ਰਭੂ ਦੇ ਵਾਅਦੇ ਕਦੇ ਫੇਲ ਨਹੀਂ ਹੋ ਸਕਦੇ। ਪ੍ਰਭੂ ਦੇ ਵਾਅਦੇ ਅਨੰਤ ਹਨ, ਸਦੀਵਕ ਹਨ ਤੇ ਜੀਵਿਤ ਹਨ। ਅਤੇ ਇਹ ਜੋ ਵਾਅਦਿਆਂ ਉੱਤੇ ਜੋ ਵੀ ਇਨਸਾਨ ਆਪਣੇ ਜੀਵਨ ਨੂੰ ਕੇਂਦਰਿਤ ਕਰਦਾ ਹੈ, ਉਸ ਦੀ ਜੋ ਉਦਾਸੀ ਹੈ ਖੁਸ਼ੀ ਦੇ ਵਿੱਚ ਬਦਲ ਜਾਂਦੀ ਹੈ। ਜੋ ਗਿਰਾਵਟ ਹੈ ਉਹ ਇੱਕ ਨਵੇਂ ਮੁਕਾਮ ਦੇ ਵਿੱਚ ਬਦਲ ਜਾਂਦੀ ਹੈ। ਜੋ ਬਦਨਾਮੀ ਹੈ ਇੱਕ ਨਵੇਂ ਨਾਮ ਦੇ ਵਿੱਚ ਬਦਲ ਜਾਂਦੀ ਹੈ। ਅਤੇ ਇਸ ਟਰਾਂਸਫੋਰਮੇਸ਼ਨ ਨੂੰ, ਤਬਦੀਲੀ ਨੂੰ ਤੁਸੀਂ ਆਪਣੇ ਵਿਸ਼ਵਾਸ ਦੇ ਨਾਲ ਹੀ ਹਾਸਲ ਕਰ ਸਕਦੇ ਹੋ। ਕੋਈ ਇਨਸਾਨ ਤੁਹਾਡੀ ਇਹ ਸੋਚ ਨਹੀਂ ਬਦਲ ਸਕਦਾ, ਸਿਰਫ ਪ੍ਰਭੂ ਬਦਲ ਸਕਦਾ ਹੈ। ਇਸ ਜੋ ਸਾਡੀ ਮੁਕਤੀ ਕਿਸੇ ਦੇ ਹੱਥ ਵਿੱਚ ਨਹੀਂ ਹੈ। ਸਾਡੀ ਮੁਕਤੀ ਸਾਡੇ ਵਿਸ਼ਵਾਸ ਦੇ ਦੁਆਰਾ ਸਾਡੇ ਪ੍ਰਭੂ ਦੇ ਹੱਥ ਦੇ ਵਿੱਚ ਹੈ। ਪਹਿਲਾ ਕਦਮ ਸਾਡੇ ਵੱਲੋਂ ਚੁੱਕਿਆ ਜਾਣਾ ਬਹੁਤ ਜ਼ਰੂਰੀ ਹੈ। ਜਿੰਨੇ ਵੀ ਮਹਾਨ ਸੰਤ ਨੇ, ਨੇਕ ਲੋਕ ਨੇ, ਕਿੰਨੀ ਵਾਰ ਆਪਣੇ ਜੀਵਨ ਵਿੱਚ ਅਸਫਲ ਹੋਏ ਹੋਣਗੇ। ਕਿੰਨੀ ਵਾਰ ਰੂਹਾਨੀਅਤ ਵਿੱਚ ਉਹਨਾਂ ਨੇ ਧੋਖਾ ਵੀ ਖਾਦਾ ਹੋਵੇਗਾ ਤੇ ਸ਼ਾਇਦ ਗੁਨਾਹ ਦੇ ਰਸਤਿਆਂ ਵਿੱਚ ਵੀ ਪਏ ਹੋਣਗੇ, ਪਰ ਉਹ ਗਿਰਾਵਟ ਉਹਨਾਂ ਦਾ ਅੰਤ ਨਹੀਂ ਸੀ। ਉਸ ਗਿਰਾਵਟ ਤੋਂ ਉਹਨਾਂ ਨੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ। ਤੇ ਸਫ਼ਰ ਕੀ ਸੀ? ਸਫ਼ਰ ਸੀ ਉਸ ਕਲਵਰੀ ਪਹਾੜ ਦੀ ਸੰਪੂਰਨਤਾ ਦੇ ਵੱਲ, ਉਸ ਪ੍ਰਭੂ ਯਿਸੂ ਮਸੀਹ ਦੇ ਵੱਲ, ਜਿਸ ਨੇ ਮੇਰੇ ਲਈ, ਤੁਹਾਡੇ ਲਈ ਆਪਣੇ ਬਦਨ ਅਤੇ ਲਹੂ ਨੂੰ ਕੁਰਬਾਨ ਕਰ ਦਿੱਤਾ। ਆਪਣਾ ਬਦਨ ਤੇ ਲਹੂ ਪ੍ਰਭੂ ਸਾਨੂੰ ਬਖਸ਼ਦਾ ਹੈ, ਤੇ ਜਦੋਂ ਅਸੀਂ ਉਸ ਬਦਨ ਤੇ ਲਹੂ ਨਾਲ ਭਰਪੂਰ ਹੋਵਾਂਗੇ ਤਾਂ ਅਸੀਂ ਕਿਸੇ ਵੀ ਬੇਇੱਜ਼ਤੀ ਦਾ, ਕਿਸੇ ਵੀ ਅਜ਼ਮਾਇਸ਼ ਦਾ, ਕਿਸੇ ਵੀ ਤਸ਼ੱਦਦ ਦੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰ ਸਕਦੇ ਹਾਂ। ਇਸੇ ਸੰਤ ਪੌਲੁਸ ਨੇ ਕਿਹਾ ਹੈ, ਫਿਲਿੱਪੀਆਂ ਦੇ ਪੱਤਰ ਵਿੱਚ ਪੜ੍ਹਦੇ ਹਾਂ 4 ਬਾਬ ਦੀ 4 ਐਤ, ਖੁਸ਼ ਰਹੋ, ਪ੍ਰਭੂ ਦੇ ਵਿੱਚ ਹਮੇਸ਼ਾ ਖੁਸ਼ ਰਹੋ। ਖੁਸ਼ ਪ੍ਰਭੂ ਵਿੱਚ ਸਿਰਫ ਉਹੀ ਰਹਿ ਸਕਦਾ ਹੈ ਜੋ ਇਹਨਾਂ ਗਿਰਾਵਟਾਂ ਨੂੰ ਖਾਸ ਮਾਇਨੇ ਨਹੀਂ ਦਿੰਦਾ, ਜੋ ਇਸ ਗਿਰਾਵਟ ਨੂੰ ਅੰਤ ਨਹੀਂ ਸਮਝਦਾ, ਜੋ ਇਸ ਗਿਰਾਵਟ ਦੇ ਵਿੱਚ ਨਿਢਾਲ ਨਹੀਂ ਹੁੰਦਾ, ਜੋ ਇਸ ਗਿਰਾਵਟ ਦੇ ਵਿੱਚ ਨਹੀਂ ਟੁੱਟਦਾ ਹੈ। ਉਹ ਇਸ ਗਿਰਾਵਟ ਤੋਂ ਅਗਲਾ ਕਦਮ ਚੁੱਕਦਾ ਹੈ ਕਿ ਹੁਣ ਇੱਕ ਹੋਰ ਮੈਨੂੰ ਤਾਕਤ ਮਿਲੀ ਹੈ, ਇੱਕ ਹੋਰ ਕਾਰਨ ਮਿਲਿਆ ਹੈ ਕਿ ਹੋਰ ਮਜ਼ਬੂਤੀ ਦੇ ਨਾਲ ਆਪਣੇ ਪ੍ਰਭੂ ਦੇ ਵੱਲ ਜਾਵਾਂ। ਤੇ ਉਹ ਸੱਚਾਈ, ਉਹ ਨੇਮ ਜਿਸ ਕਿਸੇ ਦੇ ਵੀ ਜੀਵਨ ਦਾ ਹਿੱਸਾ ਬਣ ਗਿਆ, ਉਹ ਹਮੇਸ਼ਾ ਖੁਸ਼ ਰਹੇਗਾ। ਖੁਸ਼ੀ ਹੋਵੇਗੀ ਤਾਂ ਖੁਸ਼ ਹੋਵੇਗਾ, ਜਦੋਂ ਦੁਖੀ ਹੋਵੇਗਾ ਤਾਂ ਫਿਰ ਖੁਸ਼ ਹੋਵੇਗਾ ਕਿ ਆਹ ਦੁੱਖ ਜਿਹੜਾ ਹੋਣਾ ਸੀ ਹੋ ਗਿਆ, ਹੁਣ ਇਸ ਤੋਂ ਬਾਅਦ ਮੈਂ ਫਿਰ ਖੁਸ਼ੀ ਦੇ ਵੱਲ ਜਾਵਾਂਗਾ। ਉਹ ਖੁਸ਼ੀ ਜੋ ਸਾਨੂੰ ਸਿਰਫ ਪ੍ਰਭੂ ਯਿਸੂ ਮਸੀਹ ਦੇ ਸਕਦਾ ਹੈ। ਤੇ ਮੇਰੇ ਪਿਆਰਿਓ, ਅੱਜ ਪ੍ਰਭੂ ਸਾਨੂੰ ਇਹ ਆਖਦਾ ਹੈ ਕਿ ਉਦਾਸੀ, ਇਹ ਜੋ ਸਭ ਸਮਾਂ ਹੈ, ਇਹ ਨਿਕਲ ਜਾਏਗਾ, ਸਭ ਕੁਝ ਨਿਕਲ ਜਾਏਗਾ। ਜੇ ਚੰਗੇ ਸਮੇਂ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹਿਣੇ, ਪਰ ਜੋ ਪ੍ਰਭੂ ਅਨੰਤ ਖੁਸ਼ੀਆਂ ਦਾ ਸੋਮਾ ਹੈ, ਜੋ ਪ੍ਰਭੂ ਅਨੰਤ ਖੁਸ਼ੀ ਆਪ ਹੈ, ਜਦੋਂ ਉਸ ਦੇ ਵੱਲ ਤੁਸੀਂ ਜਾਓਗੇ ਤਾਂ ਉੱਥੇ ਪਹੁੰਚ ਕੇ ਤੁਹਾਨੂੰ ਖੁਸ਼ੀ ਹੀ ਮਿਲਣੀ ਹੈ। ਤੇ ਜਿੰਨੇ ਦੋ ਦੁੱਖਾਂ ਨੇ ਉਹ ਸਭ ਰਾਹ 'ਚ ਨਿਕਲ ਜਾਣਗੇ, ਖੁਸ਼ੀ ਤੁਹਾਡਾ ਵਿਰਸਾ ਹੋਵੇਗਾ। ਤੇ ਆਓ ਪਰਮੇਸ਼ਵਰ ਦੇ ਨਾਲ ਇਹੀ ਵਾਅਦਾ ਕਰੀਏ ਕਿ ਅਸੀਂ ਉਸ ਦੇ ਪਿਆਰ ਦੇ ਨਾਲ ਜੁੜੇ ਰਵਾਂਗੇ, ਹਿੰਮਤ ਨਹੀਂ ਹਾਰਾਂਗੇ ਤੇ ਵਿਸ਼ਵਾਸ ਦੇ ਵਿੱਚ ਹਮੇਸ਼ਾ ਅਟਲ ਰਵਾਂਗੇ। ਤੇ ਇਸੇ ਖਿਆਲ ਦੇ ਨਾਲ ਆਓ ਅਸੀਂ ਇਸ ਮਹਾਨ ਕੁਰਬਾਨੀ ਵਿੱਚ ਹਿੱਸਾ ਲਈਏ। प्यारे खुदाया
समझान। प्यारे खुदाया कर ले परवान, अर्पण करा मैं रोज ही समझान, अर्पण करा मैं रोज ही समझान, अर्पण करा मैं रोज ही समझान। ਭੈਣੋ ਤੇ ਭਰਾਓ, ਪ੍ਰਾਰਥਨਾ ਕਰੋ ਕਿ ਸਾਡਾ ਸਰਵਸ਼ਕਤੀਮਾਨ ਖੁਦਾ ਬਾਪ ਮੇਰੇ ਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਕੁਰਬਾਨੀ ਦੇ ਇਹਨਾਂ ਨਜ਼ਰਾਨਿਆਂ ਦੇ ਨਾਲ ਸਾਡੀ ਦੁਆਵਾਂ ਤੇਰੇ ਹਜ਼ੂਰ ਪਹੁੰਚ ਜਾਣ, ਤਾਂ ਜੋ ਤੇਰੇ ਮਹਿਰ ਦੇ ਨਾਲ ਸ਼ੁੱਧ ਕੀਤੇ ਹੋਏ ਅਸੀਂ ਤੇਰੇ ਅਤਿ ਮਹਾਨ ਪਿਆਰ ਦੇ ਭੇਦਾਂ ਦੇ ਲਾਇਕ ਬਣ ਜਾਈਏ, ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਦੇ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਜ਼ਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਮੌਤ ਦਾ ਨਾਸ਼ ਕਰੇ ਅਤੇ ਜੀ ਉਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਦੇ ਸਾਰੇ ਸੰਤਾਂ ਦੇ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਦੇ ਨਾਲ ਲਗਾਤਾਰ ਇਹ ਗਾਉਂਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਐ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਦਿੱਤੀ, ਇਹ ਆਖਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਪਿੱਛੋਂ ਉਸ ਨੇ ਪਿਆਲਾ ਲਿਆ, ਤੇਰੀ ਵਡਿਆਈ ਅਤੇ ਧੰਨਵਾਦ ਕੀਤਾ, ਪਿਆਲਾ ਆਪਣੇ ਚੇਲਿਆਂ ਦਿੱਤਾ, ਇਹ ਆਖਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਦੇ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਦੁਨੀਆ ਦੇ ਮੁਕਤੀ ਦਾਤੇ, ਸਾਨੂੰ ਬਚਾ, ਕਿਉਂ ਜੋ ਤੂੰ ਆਪਣੀ ਸਲੀਬ ਅਤੇ ਜੀ ਉਠਣ ਨਾਲ ਸਾਨੂੰ ਮੁਕਤ ਕੀਤਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਦੇ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਦੇ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਦੇ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਫ੍ਰੈਂਕੋ ਤੇ ਐਗਨੈਲੋ ਅਤੇ ਸਾਰੇ ਪੁਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ।
ਐ ਪ੍ਰਭੂ ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ, ਜਿਹੜੇ ਜੀਠਨ ਦੀ ਉਮੀਦ ਦੇ ਨਾਲ ਸੋ ਗਏ ਹਨ, ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਦੇ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ, ਜਿਨ੍ਹਾਂ ਨੇ ਸਾਰੇ ਯੁਗਾਂ ਦੇ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਦੇ ਵਿੱਚ, ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਖੁਦਾ ਨੂੰ ਆਪਣਾ ਬਾਪ ਪਾ ਕੇ ਪੁਕਾਰੀਏ, ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਨੇ ਸਾਨੂੰ ਆਪ ਸਿਖਾਇਆ ਹੈ। ਐ ਸਾਡੇ ਬਾਪ, ਤੂੰ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਾਕਤ ਲੈਣ ਤੋਂ ਪਹਿਲਾਂ, ਐ ਮੁਬਾਰਕ ਮਰੀਅਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। दिल का दरवाजा
ਦੁਆ ਪਾਕ ਸ਼ਾਕਤ ਲੈਣ ਤੋਂ ਪਿੱਛੋਂ ਸਿਜਦੇ ਦਾ ਅਮਲ। ਐ ਇਲਾਹੀ ਯਿਸੂ, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਅਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਹੈ ਪੂਰੀ ਕੁਦਰਤ ਵਾਲੇ ਤੇ ਕਾਲ ਖੁਦਾ, ਪ੍ਰਭੂ ਯਿਸੂ ਮਸੀਹ ਦੇ ਜੀ ਉਠਣ ਦੇ ਰਾਹੀਂ ਤੂੰ ਸਾਡੇ ਲਈ ਸਦੀਵੀ ਜੀਵਨ ਨੂੰ ਮੁੜ ਬਹਾਲ ਕਰਦਾ ਹੈ। ਇਸ ਪਾਸਕਾ ਸਾਕਰਮੈਂਟ ਦੇ ਫਲ ਨੂੰ ਸਾਡੇ ਵਿੱਚ ਵਧਾ ਦੇ ਅਤੇ ਇਸ ਮੁਕਤੀਦਾਇਕ ਖੁਰਾਕ ਦੀ ਸ਼ਕਤੀ ਨੂੰ ਸਾਡੇ ਦਿਲਾਂ ਦੇ ਵਿੱਚ ਪਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਪਾਕ ਤਸਲੀਸ ਖੁਦਾ, ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਆਪਣੀ ਰਹਿਮਤਾਂ ਨਾਲ ਭਰਪੂਰ ਕਰੇ। ਆਮੀਨ। ਪਾਕ ਮਾਸ ਦੀ ਮਹਾਨ ਕੁਰਬਾਨੀ ਚੜਾਈ ਗਈ। ਪ੍ਰਭੂ ਯਿਸੂ ਮਸੀਹ ਦੇ ਪਿਆਰ ਅਤੇ ਸ਼ਾਂਤੀ ਦੇ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਇਹਦੇ ਤਾਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾਲ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਪਵਿੱਤਰ ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।